Hello, my name is Ekam Singh Pannu and this is the English Family YouTube channel. इस चैनल ਉੱਤੇ ਅਸੀਂ IELTS ਰਿਲੇਟਡ ਜਿੰਨਾ ਵੀ ਕੰਟੈਂਟ ਹੈਗਾ ਆ ਆਫੀਸ਼ੀਅਲ ਮਟੀਰੀਅਲ ਹੈਗਾ ਕੈਂਬਰਿਜ ਦਾ ਉਹਨੂੰ ਡਿਸਕਸ ਕਰਦੇ ਆ so that ਬੱਚੇ ਕੈਨ they can just prepare at their home and end ਵਿੱਚ ਉਹ ਆਪਣੇ ਸੁਪਨੇ ਨੂੰ ਪੂਰਾ ਕਰ ਸਕਣ ਹੁਣ तक we have been discussing about reading module, we have discussed about writing module and listening module हो चुका है. ਹੁਣ speaking module शुरू हो चुका है and ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਜੋ ਇੱਕ ਇੱਕ ਜੋ ਪਲੇਲਿਸਟ ਬਣ ਰਹੀ ਹੈ ਇਹਦੇ ਵਿੱਚ ਸਪੀਕਿੰਗ ਮੋਡਿਊਲ ਦਾ ਇਕੱਲਾ ਪਾਰਟ ਡਿਸਕਸ ਹੋ ਸਕੇ. ਸੋ ਬਿਫੋਰ ਯੂ ਡੂ ਦੈਟ ਪਲੀਜ਼ ਇਸ ਚੀਜ਼ ਨੂੰ ਇੱਕ ਪਲੇਲਿਸਟ ਹੈਗੀ ਆ ਸਪੀਕਿੰਗ ਦੀ ਇਹਨੂੰ ਇੱਕ ਵਾਰੀ ਦੇਖ ਲਓ ਜਿੰਨੀ ਹੁਣ ਤੱਕ ਵੀਡੀਓਜ਼ ਬਣ ਚੁੱਕੀਆਂ ਨੇ ਸੋ ਦੈਟ ਤੁਹਾਨੂੰ ਆਹ ਵਾਲੀ ਵੀਡੀਓ ਵੀ ਸਮਝ ਲੱਗ ਜਾਵੇ. ਐਂਡ ਅਗਰ ਤੁਹਾਨੂੰ ਕਿਸੇ ਹੋਰ ਮੋਡਿਊਲ ਵਿੱਚ ਪ੍ਰੋਬਲਮ ਆਉਂਦੀ ਹੈ ਫੋਰ ਐਗਜ਼ਾਮਪਲ ਰਾਈਟਿੰਗ ਵਿੱਚ ਆਉਂਦੀ ਹੈ ਫੋਰ ਐਗਜ਼ਾਮਪਲ ਰੀਡਿੰਗ ਦੇ ਕਿਸੇ ਕੁਐਸਚਨ ਵਿੱਚ ਆਉਂਦੀ ਪਰਟੀਕੂਲਰ ਸੋ ਤੁਸੀਂ ਉਸ पर्टिकुलर क्वेश्चन की जी वीडियो है उन्होंने देख के अपने थोड़ा जा एक उस चीज़ ਨੂੰ डील कर सकते हो. ठीक है. सो द मेन मोटिव इज दैट वी जस्ट एजुकेट द पीपल एंड तुसी अपने लैवल ते अपने आप ਨੂੰ ਪਛਾਣੋ एंड अपनी वीकनेसिस ਨੂੰ दूर करते हुए just grab the opportunity and reach out to the best of the knowledge. Alright. सो बेटा अज जो करना है अज थोड़ा ध्यान ਨਾਲ समझो ਆਪਾਂ स्पीकिंग ਮੋਡਿਊਲ ਜਿਵੇਂ मैं पहला कह चुका शुरू किया होया ਅਸੀਂ ਇਸ ਤੋਂ ਪਹਿਲਾਂ ਟਿਪਸ ਬਾਰੇ ਡਿਸਕਸ ਕੀਤਾ ਸੀਗਾ ਵੀ ਇੱਕ ਜਨਰਲੀ ਇੱਕ ਬੰਦੇ ਨੂੰ ਕਿਹੜੀਆਂ ਟਿਪਸ ਧਿਆਨ ਵਿੱਚ ਰੱਖਣੇ ਚਾਹੀਦੇ ਨੇ ਜਦੋਂ ਸਪੀਕਿੰਗ ਮੋਡਿਊਲ ਨੂੰ ਪ੍ਰਿਪੇਅਰ ਕਰਨਾ ਸ਼ੁਰੂ ਕਰੇਗਾ. ਨਾਓ ਹੁਣ ਪ੍ਰਿਪਰੇਸ਼ਨ ਤਾਂ ਸ਼ੁਰੂ ਕਰ ਲਈ ਹੈ ਬਟ ਜਦੋਂ ਤੱਕ ਤੁਸੀਂ ਉਸ ਦਾ ਪੇਪਰ ਦਾ ਪੈਟਰਨ ਐਂਡ ਮਾਰਕਿੰਗ ਕ੍ਰਾਈਟੇਰੀਆ ਨਹੀਂ ਦੇਖੋਗੇ ਉਦੋਂ ਤੱਕ ਤੁਹਾਨੂੰ ਸਪੀਕਿੰਗ ਦੇ ਵਿੱਚ ਬੈਂਡਸ ਲੈਣੇ ਥੋੜੇ ਜਿਹੇ ਮੁਸ਼ਕਿਲ ਹੋ ਜਾਣਗੇ. ਸੋ ਅੱਜ ਦੀ ਜਿਹੜੀ ਵੀਡੀਓ ਹੈ ਦੈਟ ਇਜ਼ ਪਾਰਟਿਕੂਲਰਲੀ ਡੈਡੀਕੇਟਿਡ ਟੂਵਰਡਸ ਦ ਪੈਟਰਨ ਆਫ ਦ ਪੇਪਰ ਦ ਸਪੀਕਿੰਗ ਮੋਡਿਊਲ ਐਂਡ ਉਸ ਦੀ ਮਾਰਕਿੰਗ ਕਿੱਦਾਂ ਹੁੰਦੀ ਹੈ. ਠੀਕ ਹੈ. ਸੋ ਜਸਟ ਪਹਿਲਾਂ ਤਾਂ ਓਬਜ਼ਰਵ ਕਰੋ ਆਈ ਵਿਲ ਬੀ ਟਾਕਿੰਗ ਅਬਾਊਟ ਪੈਟਰਨ. ਪਹਿਲਾਂ ਮੈਂ ਪੈਟਰਨ ਬਾਰੇ ਗੱਲ ਕਰੂੰਗਾ first half of the video and second half will be of the marking criteria. मेरे मुंह से मार्केटिंग निकल रहा है. अच्छा आइल्स स्पीकिंग ਹੁਣ ਦੇਖੋ ਧਿਆਨ ਦੇ ਨਾਲ ਬੇਟਾ ਇੱਕ ਚੀਜ਼ ਧਿਆਨ ਰੱਖੋ ਸਪੀਕਿੰਗ ਤਿੰਨ ਪਾਰਟਸ 'ਚ ਡਿਵਾਈਡਡ ਹੁੰਦੀ ਹੈ. ਠੀਕ ਹੈ. ਮੀਨਸ ਕੀ ਹੈ ਕਹਿਣ ਦਾ ਕਿ ਜਦੋਂ ਕੋਈ ਵੀ ਇੱਕ ਪੇਪਰ ਦੇਣ ਬੱਚਾ ਜਾਂਦਾ ਆ ਪਹਿਲੀ ਗੱਲ ਤਾਂ ਇੰਨੀ ਚੀਜ਼ ਧਿਆਨ ਨਾਲ ਸਮਝੋ ਕਿ ਜਿਹੜਾ ਸਪੀਕਿੰਗ ਦਾ ਮੋਡਿਊਲ ਦਾ ਪੇਪਰ ਹੁੰਦਾ ਆ ਜਾਂ ਟੈਸਟ ਹੁੰਦਾ ਆ ਉਹ ਹੋਰ ਦਿਨ ਹੁੰਦਾ ਆ ਉਹ ਐਗਜ਼ੈਕਟ ਉਹ ਜਿਹੜਾ ਆਇਲਸ ਦੇ ਬਾਕੀ ਤਿੰਨ ਮੋਡਿਊਲ ਹੁੰਦੇ ਆ ਉਸ ਦਿਨ ਨਹੀਂ ਹੁੰਦਾ ਵੱਖਰੇ ਕਿਸੇ ਦਿਨ ਹੁੰਦਾ ਜੋ ਕਿ 7 ਦਿਨ ਪਹਿਲਾਂ ਵੀ ਹੋ ਸਕਦਾ ਤੇ 7 ਦਿਨ ਬਾਅਦ ਵੀ ਹੋ ਸਕਦਾ ਉਹ ਕਦੇ ਵੀ ਹੋ ਸਕਦਾ ਉਹ ਤੇ ਇੱਕ ਵੱਖਰੀ ਡੇਟ ਆਉਂਦੀ ਹੈ. ਐਂਡ ਇਹਦੇ ਵਿੱਚ ਕੀ ਹੈ ਕਿ ਤੁਸੀਂ ਐਗਜ਼ਾਮੀਨਰ ਦੇ ਸਾਹਮਣੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਹੋ ਐਂਡ ਇੱਕ 1-to-1 ਕਨਵਰਸੇਸ਼ਨ ਹੁੰਦੀ ਹੈ ਬਿਟਵੀਨ ਯੂ ਐਂਡ ਦ ਐਗਜ਼ਾਮੀਨਰ ਫਿਰ ਉਸ ਤੋਂ ਬਾਅਦ ਤੁਹਾਡੇ ਬੈਂਡ ਸਕੋਰ ਲੱਗਦੇ ਨੇ. ਠੀਕ ਹੈ. ਹੁਣ ਇੱਕ ਚੀਜ਼ ਨੂੰ ਸਮਝੋ ਕਿ ਲੈਟਸ ਸੇ ਮੈਂ ਉੱਥੇ ਸਪੀਕਿੰਗ ਦੇਣ ਗਿਆ. ਠੀਕ ਹੈ. ਤਾਂ ਸਪੀਕਿੰਗ ਦੇ ਵਿੱਚ ਕਿਹੜੀਆਂ ਸਟੇਜਸ ਹੁੰਦੀਆਂ ਨੇ ਜਿਹਦੇ ਥਰੂ ਹਰ ਇੱਕ ਬੱਚਾ ਗੁਜ਼ਰਦਾ ਹੈ. ਸੋ ਸਪੀਕਿੰਗ ਨੂੰ ਤਿੰਨ ਹਿੱਸਿਆਂ ਵਿੱਚ ਡਿਵਾਈਡ ਕੀਤਾ ਜਾਂਦਾ ਆ. ਫਸਟ ਪਾਰਟ ਇਜ਼ ਕਾਲਡ ਦ ਇੰਟਰੋ ਪਾਰਟ. ਠੀਕ ਹੈ. ਜਿਹਦੇ ਵਿੱਚ ਬੱਚਾ ਇੰਟਰੋਡਿਊਸ ਕਰਦਾ ਆਪਣੇ ਆਪ ਨੂੰ. ਫਿਰ ਦੈਨ ਦ ਸੈਕੰਡ ਪਾਰਟ ਇਜ਼ ਕਾਲਡ ਦ ਕਿਊ ਕਾਰਡ ਪਾਰਟ ਜਿਹਦੇ ਵਿੱਚ ਬੱਚੇ ਨੂੰ ਇੱਕ ਟੌਪਿਕ ਦੇ ਦਿੱਤਾ ਜਾਂਦਾ ਹੈ ਇੱਕ ਕਿਊ ਕਾਰਡ ਦੇ ਦਿੱਤਾ ਜਾਂਦਾ ਹੈ ਜਿਹਦੇ ਵਿੱਚ ਬੱਚਾ ਉਸ ਕਿਊ ਕਾਰਡ ਬਾਰੇ 1 to 2 ਮਿੰਟਸ ਬੋਲਦਾ ਹੈ. ਐਂਡ ਵਿੱਚ ਆਉਂਦਾ ਹੈ ਫੋਲੋ ਅਪ ਪਾਰਟ ਜਿਹਦੇ ਵਿੱਚ ਕੀ ਆ ਕਿ ਕਿਊ ਕਾਰਡ ਤੇ ਜੋ ਬੇਸਡ ਫੋਲੋ ਅਪਸ ਨੇ डिफरेंट नहीं जो क्यू कार्ड आया उस ते बेस्ड जो फॉलोअप्स ने उस फॉलोअप्स ਨੂੰ ਉਹਨਾਂ ਫੋਲੋਅਪਸ ਨੂੰ ਬੱਚੇ ਨੂੰ ਪੁੱਛਿਆ ਜਾਂਦਾ ਐਂਡ ਬੱਚਾ ਫਿਰ ਉਹਨਾਂ ਦਾ ਜਵਾਬ ਦਿੰਦਾ ਹੈ. ਐਂਡ ਵਿੱਚ ਕੀ ਹੈ ਕਿ 15-20 ਮਿੰਟ ਜਿਹੜੀ ਇਹ ਕਨਵਰਸੇਸ਼ਨ ਚੱਲਦੀ ਹੈ ਕਈਆਂ ਦੀ ਥੋੜੀ ਵੀ ਚੱਲਦੀ ਕਈਆਂ ਦੀ 15 ਮਿੰਟ ਵੀ ਟੱਪ ਜਾਂਦੀ ਹੈ ਉਸ ਤੋਂ ਬਾਅਦ ਬੱਚੇ ਦੇ ਬੈਂਡ ਸਕੋਰ ਲੱਗਦੇ ਆ. ਠੀਕ ਹੈ. ਸੋ ਪਲੀਜ਼ ਇਸ ਚੀਜ਼ ਨੂੰ ਆਪਾਂ ਥੋੜਾ ਧਿਆਨ ਨਾਲ ਸਮਝੀਏ. All right, so we'll be talking about the first part. Let's talk about the first part of the speaking. ਜਿਹੜਾ ਕਿ ਹੈਗਾ first part is all about you. ਇਹ ਗੱਲ ਸਹੀ ਹੈ. The examiner will ask you a familiar everyday question about your life. Mind you, about your life. ਮਤਲਬ ਕਹਿਣ ਦਾ ਕੀ ਹੈ ਕਿ for example first part ਵਿੱਚ ਕੀ ਹੁੰਦਾ ਕਿ ਮੈਂ ਇੱਕ ਐਜ਼ ਸਟੂਡੈਂਟ ਅਗਰ ਇੱਕ ਐਗਜ਼ਾਮੀਨਰ ਦੇ ਸਾਹਮਣੇ ਬੈਠਾ ਜਿਹਨੂੰ ਮੇਰੇ ਬਾਰੇ ਕੁਛ ਨਹੀਂ ਪਤਾ ਜਿਹਨੂੰ ਇਹ ਨਹੀਂ ਪਤਾ ਕਿ ਮੈਂ ਕਿੱਥੋਂ ਆਇਆ ਜਿਹਨੂੰ ਇਹ ਨਹੀਂ ਪਤਾ ਮੈਂ ਕਿੰਨਾ ਪੜ੍ਹਿਆ ਹੋਇਆ ਜਿਹਨੂੰ ਇਹ ਨਹੀਂ ਪਤਾ ਕਿ ਮੇਰੀ ਪ੍ਰੈਪਰੇਸ਼ਨ ਕਿੰਨੀ ਹੈ ਉਹ ਬੰਦਾ ਕੀ ਪੁੱਛੇਗਾ. ਫੋਰ ਐਗਜ਼ਾਮਪਲ ਇੱਕ ਸਟ੍ਰੇਂਜਰ ਨੂੰ ਅਸੀਂ ਕੀ ਪੁੱਛਦੇ ਹਾਂ ਨਾਮ ਪੁੱਛਦੇ ਹਾਂ ਕਿੱਥੋਂ ਹੋ ਤੁਸੀਂ. ਠੀਕ ਹੈ. ਐਂਡ ਐਂਡ ਆਫ ਦ ਡੇ ਵਾਟ ਯੂ ਡੂ ਅਸੀਂ ਇਹੀ 3-4 ਚੀਜ਼ਾਂ ਪੁੱਛਦੇ ਆ ਅਗਰ ਅਸੀਂ ਕਿਸੇ ਨੂੰ ਵੀ ਪੁੱਛਣੀ ਹੋਣ ਤਾਂ. ਸੋ ਦਾ ਫਸਟ ਪਾਰਟ ਜਿਹੜਾ ਪਹਿਲਾ ਪਾਰਟ ਹੁੰਦਾ ਸਪੀਕਿੰਗ ਮੋਡਿਊਲ ਦਾ ਜਿਹੜਾ ਫਸਟ ਇੰਟਰੋਡਕਸ਼ਨ ਕਹੀ ਜਾਂਦੀ ਹੈ ਦੈਟ ਇਜ਼ ਕਿ ਬੱਚੇ ਨੂੰ ਉਹਦੀ ਜ਼ਿੰਦਗੀ ਬਾਰੇ ਪੁੱਛਿਆ ਜਾਂਦਾ. ਠੀਕ ਹੈ. ਹੁਣ ਇਹਦੇ ਵਿੱਚ ਇੱਕ ਪ੍ਰੋਬਲਮ ਕੀ ਆਉਂਦੀ ਹੈ. ਪ੍ਰੋਬਲਮ ਇਹ ਹੈ ਕਿ ਬੱਚੇ ਆਈ ਡੋਂਟ ਨੋ ਦਿਮਾਗ ਵਿੱਚ ਕੀ ਫਸਿਆ ਹੁੰਦਾ ਪਰ ਉਹਨਾਂ ਨੂੰ ਉਹ ਘਬਰਾ ਜਾਂਦੇ ਆ.
ਉਹਨਾਂ ਨੂੰ ਲੱਗਦਾ ਕਿ ਐਗਜ਼ਾਮੀਨਰ ਪਤਾ ਨਹੀਂ ਕੀ ਸੋਚੂਗਾ ਜਾਂ ਕਿੱਦਾਂ ਹੋਊਗਾ, ਦੇ ਸਟਾਰਟ ਫੀਲਿੰਗ ਦ ਬਟਰਫਲਾਈਜ਼ ਇਨ ਦੇ ਸਟਮਕ। ਬਟ ਇੱਕ ਗੱਲ ਯਾਦ ਰੱਖੋ, ਪੁੱਛਣਾ ਉਹਨੇ ਤੁਹਾਨੂੰ ਇੱਕ ਕੁਐਸਚਨ ਹੈ ਤੁਹਾਡੀ ਜ਼ਿੰਦਗੀ ਬਾਰੇ, ਐਂਡ ਤੁਹਾਨੂੰ ਤੁਹਾਡੀ ਜ਼ਿੰਦਗੀ ਬਾਰੇ ਹੀ ਨਹੀਂ ਪਤਾ, ਤੇ ਫਿਰ ਤੁਸੀਂ ਕਿਸ ਤਰ੍ਹਾਂ ਜਵਾਬ ਦੇਵੋਗੇ। ਸੋ ਕਦੀ ਵੀ, ਹੁਣ ਕਈ ਬੱਚੇ ਕਰਦੇ ਕਿ ਇੰਟਰੋਡਕਟਰੀ ਪਾਰਟ ਦਾ ਰੱਟਾ ਲਾ ਜਾਂਦੇ ਆ। ਹੁਣ ਜਿਵੇਂ ਇਸ ਵਾਲੀ ਸਾਈਡ ਦੁਆਬੇ ਵਿੱਚ ਇੱਕ ਬੜੀ ਪੱਕੀ ਪਕਾਈ ਲਾਈਨ ਚੱਲਦੀ ਹੈ, ਦੈਟ ਆਈ ਐਮ ਫਰੋਮ ਦੈਟ ਵਿਲੇਜ ਵਿਚ ਇਜ਼ ਸਿਚੁਏਟਡ ਬਿਟਵੀਨ ਜਲੰਧਰ ਐਂਡ ਲੁਧਿਆਣਾ। ਇਹ ਪੱਕੀ ਪਕਾਈ ਲਾਈਨ ਹੈ, ਐਵਰੀਬਡੀ ਸੇਜ਼ ਇਟ। ਫॉर ਐਗਜ਼ਾਮਪਲ ਆਈ ਕਮ ਫਰੋਮ ਕੰਟਰੀ ਸਾਈਡ। ਹੁਣ ਇਹ ਲਾਈਨਾਂ ਸਾਰੇ ਹੀ ਬੋਲਦੇ ਆ, ਠੀਕ ਹੈ। ਹੁਣ ਸਾਰੇ ਬੋਲਣ ਦਾ ਮਤਲਬ ਇਹ ਨਹੀਂ ਕਿ ਵੀ ਉਹਨਾਂ ਨੂੰ ਇਲਾਹੀ ਉਤਰੀ ਹੁੰਦੀ ਹੈ ਕਿਤੇ ਨਾ ਕਿਤੋਂ, ਉਹ ਇੱਕ ਰਿਟਨ ਮਟੀਰੀਅਲ ਦਾ ਰੱਟਾ ਲਾਉਂਦੇ ਆ। ਬੇਟਾ ਮਾਈ ਸੁਜੈਸ਼ਨ ਇਸ ਕਿ ਇੰਟਰੋਡਕਸ਼ਨ ਪਾਰਟ ਜੋ ਵੀ ਹੋਵੇ ਉਹਦੇ ਵਿੱਚ ਜੋ ਆਨਸਰ ਦੇਣੇ ਆ ਉਹ ਤੁਹਾਡੇ ਖੁਦ ਦੇ ਹੋਣੇ ਚਾਹੀਦੇ ਆ, ਠੀਕ ਹੈ। ਖੁਦ ਲਿਖ ਕੇ ਚੈੱਕ ਕਰਵਾ ਕੇ ਰੱਟਾ ਮਾਰ ਲਓ, ਉਹ ਵੱਖਰੀ ਗੱਲ ਹੈ, ਬਟ ਕਿਸੇ ਦੇ ਕੰਟੈਂਟ ਨੂੰ ਰੱਟਾ ਨਾ ਮਾਰੋ, ਸਪੈਸ਼ਲੀ ਫॉर द ਇੰਟਰੋਡਕਸ਼ਨ। ਹੁਣ ਫॉर ਐਗਜ਼ਾਮਪਲ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਕੁਝ ਵੀ ਕਹਿ ਸਕਦੇ ਹੋ, ठीक है। फॉर एग्जाम्पल लेट्स से आई हैव डन माई +2 इन ह्यूमैनिटीज, ठीक है। सब्जेक्ट्स बारे दसो, कुछ भी दसो। इंट्रोडक्शन विच की है दैट गिव्स द फर्स्ट इंप्रैशन ऑफ योर पर्सनैलिटी, ठीक है। सो इस चीज़ पर ध्यान रखो, वो थोड़ी जिंदगी के बारे सवाल पूछूगा। सो फॉर एग्जाम्पल आ देखो, मैं थले दो टॉपिक भी डिस्कस किए हुए हैं। फॉर एग्जाम्पल लेट्स से वो तुहानू एकोमोडेशन एंड होम टाउन बारे पूछ सकता, ठीक है जी। फॉर एग्जाम्पल लेट्स से आ देखो, लेट्स टॉक अबाउट योर होम टाउन, वेयर योर होम टाउन इज। सो टॉक अबाउट योर होम टाउन, आई कम फ्रॉम फगवाड़ा, आई कम फ्रॉम जलंधर, आई कम फ्रॉम एनीवेयर। सो तुसी उस होम टाउन बारे गल करना, सो विच इज सिचुएटेड ऑन द चंडीगढ़ हाईवे एंड इट इज 18 किलोमीटर्स अवे फ्रॉम जलंधर। टॉकिंग अबाउट द क्लाइमेटिक perspective, the weather or the climate of the Fagwada is very cold, it's very breezy these days। इदा भी किया जा सकता। हुण ये लाइना में आई एम जस्ट स्पीकिंग जो मेरे मन विच आ रहा, ठीक है, बिकॉज वो इंट्रोडक्टरी है, ठीक है। सो आ देखो, what do you like about it? So you like the weather about it, ठीक है। what do you don't like about it? I don't like the roads and the sanitation or you know the sewerage part of the city। so इदा भी कह सकते हो, ठीक है। हाउ इंपॉर्टेंट इज योर होम टाउन टू यू? इट्स वेरी इंपॉर्टेंट बिकॉज यू हैव स्पेंट योर चाइल्डहुड ओवर देयर। सो कुछ भी बोल सकते हो। कहने का मोटिव क्या, जी चीज़ हमेशा ध्यान रखनी है कि उन्होंने जो फर्स्ट पार्ट है वो तुहाडी जिंदगी के बारे है। सो कहने का की है कि तुहाडा जो कॉन्वर्सेशन का जो मेन चंक है दिमाग जोड़ा है वो तुहाडे बारे ही होएगा, ठीक है। तुसी किसी टॉपिक बारे नहीं बोलना, कोई कुछ नहीं बोलना। सो यू कैन स्पीक वट एवर यू वॉन्ट, ठीक है। सो इस चीज़ को थोड़ा ध्यान रखो। आ देखो हुण सैकेंड एक देखो की है, होर एक हैगा होम टाउन एंड वैदर। सो आ देखो जी, वट इज़ योर कंट्री इज फेमस फॉर? तुहाडी कंट्री किस लिए फेमस हैगी है, ठीक है। वट डू यू लिव, वेयर डू यू लिव इन योर कंट्री? सो आई लिव इन पंजाब, ठीक है, which is situated in the northwest part of the country। Is it an interesting place to live? Yes, definitely it is very interesting place। 90% of the population is indulged in agriculture sector only। So कुछ भी anything, because introduction which पता है की होता है, introductory which ये नहीं हो सकता कि आ लाइन आनी कि नहीं आनी। Introductory can be anything, but हाँ तुसी उस चीज़ ਨੂੰ किस ढंग ਨਾਲ बोलते हो, that is more important। कहने का मतलब की है कि स्पीकिंग मॉड्यूल ਦੇ ਵਿੱਚ they are not gonna check the facts। उन्होंने फैक्ट्स नहीं चेक करने, उन्होंने फिगर्स नहीं चेक करनी है, उन्होंने चेक करना द वे यू प्रेजेंट योरसेल्फ, द वे यू प्रेजेंट योर आइडिया इन फ्रंट ऑफ द एग्जामिनर, ठीक है। सो दैट इज वेरी इंपॉर्टेंट। ये स्पीकिंग द पेपर है बेटा, इन्फॉर्मेशन या किसी याद करने का पेपर नहीं हैगा, ठीक है। ऑल राइट, और आगे देखो ध्यान देना। Are you planning to live there in the future? Well, definitely I would love to live there in future because I have deep connection with the people all around in that hometown, ठीक है। How is weather today? It is very cold। What's your favorite kind of weather? I love the summers, okay। Is there any type of weather you really don't like? I don't like the rainy season। ਹੁਣ ਮੈਂ ਬਹੁਤ ਛੋਟੇ ਆਨਸਰ ਦੇ ਰਿਹਾ, ਇਹਨਾਂ ਨੂੰ ਖੁਦ ਐਕਸਪੈਂਡ ਕਰ ਲਓ, ਇੱਕ ਦੋ ਲਾਈਨਾਂ ਦੇ ਵਿੱਚ ਐਕਸਪੈਂਡ ਕਰੋਗੇ ਤਾਂ ਹੀ ਬੋਲ ਪਾਓਗੇ। ਮੋਟਿਵ ਕੀ ਹੈ? ਮੋਟਿਵ ਇਸ, ਮੈਂ ਇੱਕ ਮਿਥ ਤੋੜਨਾ ਚਾਹੁੰਦਾ ਜੋ ਤੁਹਾਡੇ ਸਾਰਿਆਂ ਦੇ ਮਨ ਵਿੱਚ ਬਸੀ ਹੈ ਕਿ ਇੰਟਰੋਡਕਟਰੀ ਪਾਰਟ ਨੂੰ ਬੇਟਾ ਕਦੀ ਰਟਾ ਨਾ ਲਾਓ, ठीक है। ऑलवेज प्रेजेंट द फीलिंग्स जो तुहाडे मन दे विच इनसाइट हैगियां ने, ठीक है। एंड एंड ऑफ द डे दैट विल साउंड मोर ऑर्गेनिक एंड तुहाडे बैंड स्कोर ज़्यादा वधिया लगणगे, ठीक है। ऑल राइट, सो लैट्स टॉक अबाउट द सैकेंड पार्ट। फर्स्ट पार्ट तुहानूं मैं दस चुका,
ਬੇਟਾ ਸੈਕੰਡ ਪਾਰਟ ਸਪੀਕਿੰਗ ਦਾ ਹੁੰਦਾ ਜਿਹਦੇ ਵਿੱਚ ਤੁਹਾਨੂੰ ਇੱਕ ਕਿਊ ਕਾਰਡ ਦੇ ਦਿੱਤਾ ਜਾਂਦਾ, ਠੀਕ ਹੈ, ਐਂਡ ਤੁਸੀਂ ਉਸ ਕਿਊ ਕਾਰਡ ਵਿੱਚ ਤੁਸੀਂ 1 ਮਿੰਟ ਤੋਂ ਲੈ ਕੇ 2 ਮਿੰਟ ਤੱਕ ਬੋਲਣਾ ਹੁੰਦਾ ਹੈ। ਹੁਣ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਕਿਊ ਕਾਰਡ ਦੀ ਜੋ ਬੱਚੇ ਪ੍ਰਿਪੇਅਰ ਕਰਦੇ ਆ ਸੈਂਟਰਸ ਦੇ ਵਿੱਚ ਸਾਰੇ ਪਾਸੇ, ਉਹਨਾਂ ਕੋਲ ਇੱਕ ਲਿਸਟ ਪਹੁੰਚ ਜਾਂਦੀ ਹੈ। ਹੁਣ ਲਿਸਟ ਦੇ ਆਨਸਰਸ ਵੀ ਦਿੱਤੇ ਹੁੰਦੇ ਆ, ਠੀਕ ਹੈ, ਐਂਡ ਬੱਚੇ ਉਹ ਰੱਟਾ ਲਾ ਦਿੰਦੇ ਆ ਆਨਸਰਸ ਦਾ। ਹੁਣ ਮੈਂ ਇੱਕ ਐਗਜ਼ਾਮੀਨਰ ਆ, ਠੀਕ ਹੈ, ਮੈਂ ਸਵੇਰੇ 10 ਵਜੇ ਆਰਾਮ ਨਾਲ ਸਪੀਕਿੰਗ ਲੈਣੀ ਸ਼ੁਰੂ ਕੀਤੀ ਹੈ, ਚਾਹੇ ਮੇਰੀ ਸ਼ਿਫਟ 2 ਘੰਟੇ ਬਾਅਦ ਬਦਲ ਹੋਵੇ ਚਾਹੇ ਨਾ ਹੋਵੇ, मैं उस बारे गल नहीं करूंगा। बट अगर मेरे सामने एक बच्चा सेम आंसर दे के गया, क्योंकि क्यू कार्ड ते 5-6 ही दिते जाते एग्जामिनर्स नूं, ਉਹੀ रोटेट करते हैं। अगर मेरे सामने एक बच्चा ਉਹੀ आंसर दे के गया, फिर दोबारा कोई होर न्याणा ਉਹੀ आंसर फिर रिपीट कर गया एंड बहुत सोहना सुना के गया, पर मैनू तो पता लग गया ना भी रट्टा लग गया हुआ है, that they have prepared together and एक इंस्टीट्यूट ने रट्टा लाउण लई इन्होंने एक प्रॉपर लिख के दे दिता। सो बेटा इत्थे तुहाडे बैंड कटदे ने, हमेशा ये गल याद रखो, इफ यू आर सपोज टू say anything about the cue card, just या तो ऑन द स्पॉट बना लो, ठीक है। अगर तुहाडे कोल ऑन द स्पॉट नहीं बनता, बेटा प्रिपेयर दैट वेल कि तुहानू कोई भी टॉपिक आवे तुसीं उस चीज़ नू मोल्ड करके अपनी जिंदगी वाले पासे किद्दां लैके जाना, ठीक है। सो पहले मैं तुहानू दिखा दा तुहानू क्यू कार्ड हुंदा किद्दां दा है, ठीक है। आ देखो जी मैं लिखा दिस इज हाउ अ क्यू कार्ड लुक्स लाइक। आ क्यू कार्ड हैगा डिस्क्राइब एन इंटरेस्टिंग कॉन्वर्सेशन यू हैड विद योर फ्रेंड। हुण इहदे विच एक चीज़ ध्यान रखो, आ देखो पहली गल फ्रेंड, ठीक है जी, इंटरेस्टिंग कॉन्वर्सेशन बारे गल करनी है, जो हैड है दैट मीनस जो होई सी। हुण किस बारे हो सकदा, ठीक है। अच्छा एक चीज़ होर ध्यान रखो, जेडे आ 3 जेडे 4 हैगे आ बेटा ये तुहाडे हिंट लई हुंदे आ, दे आर जस्ट सपोज टू कि तुसीं इन्हां बारे थोड़ा थोड़ा बोल दिओ एंड तुहाडा 1 मिनट टप जाएगा। हू यू स्पोक विद यू कैन टॉक अबाउट कि तुहाडा जिहड़ा फ्रेंड है, तुहाडा बेस्ट फ्रेंड है, तुहाडे नाल नर्सरी तो पढ़िया होया, तुसीं बहुत एक दूजे नाल गल्लां शेयर करदे हो, ठीक है। लास्ट बर्थडे ते उन्होंने मैनूं आ चीज़ दित्ती सीगी विच वाज वेरी ब्यूटीफुल, तुसीं कुछ भी कह सकदे हो, ठीक है। वेयर यू वर कित्थे सीगे तुसीं कह सकते हो इट वॉज योर 18th बर्थडे एंड यू वर सिटिंग इन सम काइंड ऑफ होटल, ठीक है, या किसी दे घरे, ठीक है, ये भी हो सकता है, ठीक है। व्हाट द कॉन्वर्सेशन वाज अबाउट सम मूवी, ठीक है। तुसीं कह सकते हो दैट यू बोथ आर ग्रेट मूवी लवर्स एंड तुसीं मार्वल्स दी सारी मूवीज़ देखिया ने, तुसीं हैरी पॉटर देखिया ने। सो तुहानूं जो पता लगा कि एक नवी मूवी आनी है जिहड़ी कि हैरी पॉटर दा नैक्सट सीक्वल है, सो उस बारे तुसीं कॉन्वर्सेशन करनी शुरू कर दी सीगी, ठीक है। एंड एक्सप्लेन वाई यू थिंक इट वॉज इंटरेस्टिंग। इट वॉज वेरी इंटरेस्टिंग बिकॉज फ्रॉम लास्ट 2 or 3 years you were actually ਕੀ ਕਹਿੰਦੇ ਹੁੰਦੇ ਉਸ ਚੀਜ਼ ਨੂੰ ਫੋਲੋ ਕਰ ਰਹੇ ਸੀਗੇ ਉਹਨਾਂ ਸੀਰੀਜ਼ ਨੂੰ, ਮੂਵੀਜ਼ ਨੂੰ, ਐਂਡ ਐਂਡ ਆਫ ਦਾ ਡੇ ਜਦੋਂ ਨਵੀਂ ਮੂਵੀ ਆਈ ਇਟ ਵਾਜ਼ ਲਿਟਰਲੀ ਵੈਰੀ ਇੰਟਰਸਟਿੰਗ। ਸੋ ਕੁਝ ਵੀ ਹੋ ਸਕਦਾ। ਸੋ ਬੇਟਾ ਤੁਸੀਂ ਖੁਦ ਦੇਖੋ ਧਿਆਨ ਦੇ ਨਾਲ, ਠੀਕ ਹੈ, ਕਿ ਐਂਡ ਆਫ ਦਾ ਡੇ ਤੁਸੀਂ ਜਦੋਂ ਵੀ ਕੋਈ ਕਿਊ ਕਾਰਡ ਕਰਨਾ ਆ ਉਹਨੂੰ ਇੱਕ ਸਿੰਪਲ ਢੰਗ ਨਾਲ ਕਰੋ। हू यू स्पोक विद बेस्ट फ्रेंड ਜਿਹੜਾ ਕਿ ਨਰਸਰੀ ਤੋਂ ਨਾਲ ਪੜਦਾ ਆ, ਉਹਦਾ ਨਾਮ ਦੱਸ ਦਿਓ, ਉਹ ਕਿੱਥੋਂ ਹੈਗਾ ਉਹ ਦੱਸ ਦਿਓ, ਤਿੰਨ ਸੈਂਟੈਂਸਸ ਇਹਦੇ ਬਣ ਜਾਣਗੇ। ਵੇਅਰ ਯੂ ਵਰ ਤੁਸੀਂ ਕਹਿ ਸਕਦੇ ਹੋ 18th ਬਰਥਡੇ ਸੀਗਾ, ਠੀਕ ਹੈ। ਸੋ ਯੂ ਵਰ ਸੈਲੀਬ੍ਰੇਟਿੰਗ ਐਟ ਹੋਟਲ ਨੇਮਡ ਰੈਡੀਸਨ ਐਂਡ ਉੱਥੇ ਤੁਸੀਂ ਗੱਲਬਾਤ ਹੋਈ, ठीक है। गलबात किस बारे सीगी? गलबात वाज अबाउट द नेक्स्ट सीक्वल ऑफ द हैरी पॉटर मूवीज जो कि दिसंबर च रिलीज होना है एंड उस बारे गलबात हो रही सीगी। क्यों इंटरस्टिंग है? बिकॉज तुसी ते तुहाडे फ्रेंड जिहड़े हैगे आ पिछले कई सालों तो हैरी पॉटर दी सीरीज नूं फॉलो कर रहे हो एंड एंड ऑफ द डे यू फाइंड इट वेरी इंटरस्टिंग एंड you literally shared that happiness with your sister as well। कुछ भी कह दो, ठीक है। so this is how a cue card looks like, ठीक है। हुण एक चीज़ ध्यान रखनी है बेटा, लिखा होंदा आस्क टू स्पीक फॉर 1 to 2 minutes, 1 to 2 minutes। कहने का मोटिव की है कि तुसी 1 मिनट टपा के, ठीक है, अगर 1 मिनट 10 सेकंड होया यू कैन स्टिल पॉज एंड तुसी स्टॉप कर सकते हो। बट हुण कई बार बच्चे कहते कि सानू सर असीं चुप कीते सीगे पर एग्जामिनर ने सानू इदा इशारा करता भी होर बोल। बेटा वो इस करके करते हैं कि कई बार तुसी करते पता की हो, तुसी बोलना शुरू करते हो, 1 मिनट टप जाता, सब कुछ ठीक है, तुसी क्यू कार्ड नूं एंडिंग नहीं करते, तुसी उत्थे एब्रप्टली छड्ड के मतलब चुप कर जाते हो। फॉर एग्जाम्पल लेट्स से कोई गल चंगी भली चलती पई है एंड तुसी उस चीज़ नूं एंड करन दी बजाए तुसी उस नूं उत्थे खत्म कर दिता, फिर ओह तुहाडे बैंड स्कोर कट्टेगा या तुहाडे इशारा करेगा। सो खत्म किद्दां करना? फॉर एग्जाम्पल तुसी कह सकते हो सो दिस वॉज माई एक्सपीरियंस, सो ऑल एंड ऑल दिस वॉज माई काइंड ऑफ फीलिंग जो कि इस क्यू कार्ड बारे हैगी है, ठीक है। सो दिस वॉज द क्यू कार्ड, सो दिस वॉज द क्यू कार्ड, इदा प्रॉपर ओनू एंड करना विद प्रॉपर करैक्टर,
ठीक है, ताकि एक एग्जामिनर ਨੂੰ ਪਤਾ ਲੱਗ ਜੇ ਕਿ ਇਸ ਬੱਚੇ ਨੂੰ ਐਂਡ ਕਰਨਾ ਆਉਂਦਾ ਆ ਕਿਊ ਕਾਰਡ। ਠੀਕ ਹੈ, ਸੋ ਇਸ ਚੀਜ਼ ਦਾ ਬੇਟਾ ਇੱਕ ਤੁਸੀਂ ਥੋੜਾ ਜਿਹਾ ਧਿਆਨ ਰੱਖਣਾ ਕਿ ਕਿਊ ਕਾਰਡ ਦੀ ਐਂਡਿੰਗ ਕਿੱਦਾਂ ਕਰਨੀ ਹੈ। ਹੁਣ ਤੁਸੀਂ ਕਹੋਗੇ ਸਰ ਪਤਾ ਕਿੱਦਾਂ ਲੱਗਦਾ ਕਿ ਐਂਡਿੰਗ ਹੁਣ ਕਰੀਏ ਕਿ ਨਾ ਕਰੀਏ। ਲੈਟਸ ਸੇ ਕਈ ਵਾਰੀ ਨਾ ਆਪਾਂ ਗੱਲਬਾਤ ਕਰਦੇ ਕਹਿੰਦੇ ਹੁੰਦੇ ਵੀ ਯਾਰ ਮੂਵੀ ਬਹੁਤ ਚੰਗੀ ਸੀਗੀ, ਐਂਡਿੰਗ ਨਾ ਬਹੁਤ ਛੇਤੀ ਕਰਤੀ, ਐਂਡਿੰਗ ਤਾਂ ਕੀਤੀ ਹੀ ਨਹੀਂ। ਐਗਜ਼ਾਮੀਨਰ ਨੂੰ ਵੀ ਸੇਮ ਬੇਟਾ ਉਹੀ ਫੀਲ ਹੁੰਦਾ ਕਿ ਬੱਚਾ ਬਹੁਤ ਸੋਹਣਾ ਬੋਲਦਾ ਪਿਆ, ਐਂਡਿੰਗ ਕਿਉਂ ਨਹੀਂ ਕੀਤੀ ਇਹਨੇ ਕਿਊ ਕਾਰਡ ਦੀ, ਉੱਥੇ ਆ ਕੇ ਤੁਹਾਡੇ ਬੈਂਡ ਕਰਦੇ ਆ। ਠੀਕ ਹੈ, ਸੋ ਇਹਨੂੰ ਕਰਨ ਦਾ ਇੱਕ ਸਟਾਈਲ ਮੈਂ ਤੁਹਾਨੂੰ ਦੱਸਦਾ, ਆਪਣੇ ਆਪ ਨੂੰ ਰਿਕਾਰਡ ਕਰੋ, ਰਿਕਾਰਡ ਕਰਕੇ ਕਿਊ ਕਾਰਡ ਸੁਣੋ। ਠੀਕ ਹੈ, ਐਂਡ ਦੇਖੋ ਕਿਸ ਢੰਗ ਦੇ ਨਾਲ ਤੁਸੀਂ ਕਰਦੇ ਹੋ, ਕਿਉਂਕਿ ਇਹਦਾ ਇਦਾਂ ਚਲੋ ਇਦਾਂ ਸੁਣ ਲਓ, ਇਦਾਂ ਸਮਝ ਲਓ ਕਿ ਜਿਵੇਂ ਆਪਾਂ ਇੱਕ ਐਸੇ ਲਿਖਦੇ ਆ, ਇੱਕ ਇੰਟਰੋਡਕਟਰੀ ਪਾਰਟ ਹੁੰਦਾ, ਇੱਕ PP1 ਹੁੰਦਾ, PP2 ਹੁੰਦਾ ਐਂਡ ਕਨਕਲੂਜਨ ਹੁੰਦਾ। ਤੁਸੀਂ ਕਿਊ ਕਾਰਡ ਇੰਟਰੋਡਿਊਸ ਕਰਵਾ ਲਿਆ, ਉਹਦੇ ਵਿੱਚ ਵਾਲਾ ਗੱਲ ਵੀ ਕਹਿਤੀ, ਬਟ ਅਗਰ ਤੁਸੀਂ ਕਨਕਲੂਡ ਨਹੀਂ ਕੀਤਾ, ਹੁਣ ਤੁਸੀਂ ਕਨਕਲੂਡ ਇਹ ਵੀ ਇਦਾਂ ਵੀ ਕਰ ਸਕਦੇ ਟੂ ਸਮ ਅਪ। ਠੀਕ ਹੈ, ਸੋ ਕਹਿਣ ਦਾ ਮੋਟਿਵ ਕੀ ਹੈ, ਯੂ ਕੈਨ ਈਜ਼ੀਲੀ ਗ੍ਰੈਬ ਗੁੱਡ ਬੈਂਡ ਸਕੋਰ। ਠੀਕ ਹੈ, ਆਲਰਾਈਟ ਬੇਟਾ। ਹੁਣ ਇਸ ਤੋਂ ਬਾਅਦ ਦਿਸ ਇਜ਼ ਦ ਥਰਡ ਪਾਰਟ। ਹੁਣ ਥਰਡ ਪਾਰਟ ਥੋੜਾ ਜਿਹਾ ਟੇਢਾ ਲੱਗਦਾ ਬੱਚਿਆਂ ਨੂੰ। ਠੀਕ ਹੈ, ਕਿਉਂਕਿ ਬਹੁਤ ਐਬਸਟਰੈਕਟ ਹੁੰਦਾ ਕੀ ਹੈ, ਇੱਥੇ ਬੇਸਿਕਲੀ ਤੁਹਾਨੂੰ ਇੱਕ ਓਪਰਚੁਨਿਟੀ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਆਨਸਰਸ ਨੂੰ ਡਿਵੈਲਪ ਕਰ ਸਕੋ ਐਂਡ ਤੁਸੀਂ ਡਿਸਕਸ ਕਰ ਸਕੋ ਐਗਜ਼ਾਮੀਨਰ ਦੇ ਨਾਲ ਜੋ ਤੁਸੀਂ ਪੁਆਇੰਟ ਕਿਊ ਕਾਰਡ ਵੇਲੇ ਕਹੇ ਸੀਗੇ। ਸੋ ਫॉर ਐਗਜ਼ਾਮਪਲ ਜੋ ਵੀ ਤੁਹਾਨੂੰ ਫੋਲੋ ਪੁੱਛੇ ਜਾਣਗੇ ਉਹ ਤੁਹਾਡੇ ਕਿਊ ਕਾਰਡ ਤੇ ਬੇਸਡ ਹੋਣਗੇ, ਰਾਈਟ। ਹੁਣ ਇਸ ਚੀਜ਼ ਨੂੰ ਕਿੱਦਾਂ, ਫॉर ਐਗਜ਼ਾਮਪਲ ਹੁਣ ਆਹੀ ਕਿਊ ਕਾਰਡ ਹੈ, ਠੀਕ ਹੈ, ਇੰਟਰਸਟਿੰਗ ਕਨਵਰਸੇਸ਼ਨ ਵਾਲਾ। ਦੇਖੋ ਹੁਣ ਇਹਦੇ ਫॉलोअप ਦੇਖੋ, ਹਾਊ ਡੂ ਫਰੈਂਡਸ ਕਮਿਊਨੀਕੇਟ ਵਿਦ ਈਚ ਅਦਰ। ਠੀਕ ਹੈ, ਸੋ ਯੂ ਕੈਨ ਜਸਟ ਸੇ दैट फ्रेंड्स कम्युनिकेट with each other through telephone, through social media, and this has been changing since with the pace of digitalization। ਪਹਿਲਾਂ ਫੇਸ ਟੂ ਫੇਸ ਗੱਲਬਾਤ ਕਰਦੇ ਸੀਗੇ, ਗੈਦਰਿੰਗਸ ਹੁੰਦੀਆਂ ਸੀਗੀਆਂ, ਅੱਜ ਕੱਲ ਨਹੀਂ ਹੁੰਦੀਆਂ। ਠੀਕ ਹੈ, ਸੋ ਯੂ ਕੈਨ ਜਸਟ ਸੇ दैट। ਹੁਣ ਅੱਗੇ ਦੇਖੋ, what's the difference between having conversation with a man and having a conversation with a woman। ਠੀਕ ਹੈ, ਹੁਣ ਇਹ ਦੇਖੋ ਧਿਆਨ ਦੇ ਨਾਲ, do you think women like to chat more than men? You can just see the type of questions। ठीक है, when men chat with other men, do they usually talk about the same things that women do when they chat with other women? ਹੁਣ ਇਹਦੇ ਬਾਰੇ ਗੱਲ ਦੱਸੋ ਕੀ ਬੋਲ ਸਕਦੇ ਹੋ। ਠੀਕ ਹੈ, ਸੋ ਕਹਿਣ ਦਾ ਮੋਟਿਵ ਕੀ ਆ, ਮੈਂ ਇੱਕ ਜੇ ਤੁਹਾਨੂੰ ਗੱਲ ਸੁਝਾ ਰਿਹਾ ਕਿ ਤੁਹਾਡਾ ਜਿਹੜਾ ਫੋਲੋਅਪ ਹੈਗੇ ਆ ਨਾ, ਫੋਲੋਅਪ ਦੇ ਵਿੱਚ ਜਿਹੜਾ ਪੂਰਾ ਦਾ ਪੂਰਾ ਰਾਊਂਡ ਹੈ ਉਹ 4 ਤੋਂ 5 ਮਿੰਟ ਚੱਲਦਾ ਹੈ। ਹੁਣ ਉਹਦੇ ਵਿੱਚ ਕੀ ਆ ਕਿ ਕਿਊ ਕਾਰਡ ਦਾ ਜੋ ਟੌਪਿਕ ਸੀਗਾ ਉਸ ਰਿਲੇਟਡ ਆ ਸਕਦੇ ਆ। ਠੀਕ ਹੈ, ਸੋ ਐਂਡ ਤੁਸੀਂ ਕੁਐਸਚਨਸ ਦੇਖ ਲੈ ਕਿਦਾਂ ਦੇ ਹੈਗੇ ਆ। ਸੋ ਇੱਕ ਚੀਜ਼ ਹਮੇਸ਼ਾ ਧਿਆਨ ਰੱਖਣੀ ਬੱਚਾ ਕਿ ਕਦੀ ਵੀ ਆਨਸਰ ਕੋਈ ਐਸਾ ਨਾ ਦਿਓ ਜਿਹੜਾ ਕਿ ਥੋੜਾ ਜਿਹਾ ਕੰਟਰੋਵਰਸ਼ੀਅਲ ਹੋਵੇ। ਫॉर ਐਗਜ਼ਾਮਪਲ ਆ ਦੇਖੋ, what's the difference between, second देखो, what's the difference between having a conversation with a man and having a conversation with a woman? Well, I guess there is no difference between it because what really matters is sharing the experience। ਹੁਣ ਮੈਂ ਇਦਾਂ ਜਵਾਬ ਦੇ ਸਕਦਾ, ਅਗਰ ਮੈਂ ਇਹਦਾ ਜਵਾਬ ਇਹ ਦੇ ਰਿਹਾ ਕਿ ਮੇਲਸ ਹੈਵ ਮੋਰ ਇੰਟਰਸਟਿੰਗ ਕਨਵਰਸੇਸ਼ਨ ਦੈਨ ਫੀਮੇਲਸ, ਐਂਡ ਮੇਰੇ ਅਗਰ ਐਗਜ਼ਾਮੀਨਰ ਜਿਹੜਾ ਆ ਉਹ ਕੋਈ ਇੱਕ ਫੀਮੇਲ ਹੋਇਆ ਜਾਂ ਇੱਕ ਫੈਮਿਨਿਸਟ ਹੋਇਆ ਤੇ ਉਹਦੇ ਮੇਰੇ ਬੈਂਡ ਸਕੋਰ ਕੱਟ ਲਾਉਣੇ, ਕਿਤੇ ਨਾ ਕਿਤੇ ਉਹ ਬਾਇਸਡ ਚੀਜ਼ ਬਾਹਰ ਆ ਹੀ ਜਾਂਦੀ ਹੈ। ਹੁਣ ਸੈਕਿੰਡ ਦੇਖੋ, ਡੂ ਯੂ ਥਿੰਕ ਵੂਮਨ ਲਾਈਕ ਟੂ ਚੈਟ ਮੋਰ ਦੈਨ ਮੈਨ? ਇਹਦੇ ਬਾਰੇ ਕਦੀ ਵੀ ਨੈਗੇਟਿਵ ਗੱਲ ਨਹੀਂ ਕਰਨੀ। ਤੁਸੀਂ ਕਹਿਣਾ ਆ ਵੈਲ ਆਈ ਡੋਂਟ ਥਿੰਕ ਸੋ, ਬੋਥ ਆਰ ਇਕੁਅਲੀ ਐਂਡ ਇਨਵੋਲਵਡ ਇਨ ਚੈਟਿੰਗ। ਇਟ actually doesn't matter as well, just because chatting and sharing feelings is really like a blessing। so ਇਹਨੂੰ ਇਦਾਂ ਕਹਿ ਸਕਦੇ ਹੋ। ਠੀਕ ਹੈ, ਹੁਣ ਆ ਦੇਖੋ, ਅੱਗੇ ਦੇਖੋ, what's the difference between chatting and gossiping? Gossiping is always at the back of your back and chatting ਜੋ ਤੁਸੀਂ ਗੱਲਬਾਤ ਕਰਦੇ ਹੋ। ਠੀਕ ਹੈ, ਸੋ ਜਸਟ ਸੇ ਦੇਖੋ, ਸੋ ਕਹਿਣ ਦਾ ਮੋਟਿਵ ਕੀ ਹੈ, ਜਿਹੜੇ ਫੋਲੋਅਪ ਕੁਐਸਚਨ ਹੁੰਦੇ ਆ ਐਕਚੁਅਲੀ ਉਹਦੇ ਵਿੱਚ ਤੁਹਾਡਾ ਜੋ ਇੱਕ ਐਟੀਟਿਊਡ ਹੈਗਾ ਆ ਟੂਵਰਡਸ ਅੰਡਰਸਟੈਂਡਿੰਗ, perceiving and then ਉਸ ਚੀਜ਼ ਨੂੰ ਜਿਵੇਂ ਤੁਸੀਂ ਰੈਪਲੀਕੇਟ ਕਰਨਾ ਉਸ ਬਾਰੇ ਗੱਲਬਾਤ ਹੁੰਦੀ ਹੈ। ਠੀਕ ਹੈ, ਸੋ ਬੇਟਾ ਇਸ ਚੀਜ਼ ਨੂੰ ਥੋੜਾ ਧਿਆਨ ਨਾਲ ਸਮਝੋ। ਫੋਲੋਅਪ ਵਾਲਾ ਪਾਰਟ ਜਿਹੜਾ ਥੋੜਾ ਟ੍ਰਿਕੀ ਹੁੰਦਾ। ਹੁਣ ਆ ਕੁਐਸਚਨ ਕਾਫੀ ਟ੍ਰਿਕੀ ਨੇ, ਆਹ ਵਾਲਾ ਹੋ ਗਿਆ, ਆਹ ਵਾਲਾ ਹੋ ਗਿਆ, ਆਹ ਵਾਲਾ ਹੋ ਗਿਆ। ਅਗਰ ਇਹਦੇ ਵਿੱਚ ਮੈਂ ਕਹਿਦਾ ਕਿ ਵੂਮਨ ਡੋਂਟ ਹੈਵ ਇੰਟਰਸਟਿੰਗ ਚੈਟ ਜਾਂ ਵੂਮਨ ਡੂ ਗੌਸਿਪਿੰਗ ਐਂਡ ਮੇਲਸ ਡੂ ਚੈਟਿੰਗ, ਬੇਟਾ ਇਹਦੇ ਵਿੱਚ ਤੁਹਾਡੇ ਬੈਂਡ ਨਹੀਂ ਲੱਗਣੇ। ਕਦੀ ਵੀ ਉਹ ਆਨਸਰ ਨਾ ਦਿਓ ਜਿਹਦੇ ਨਾਲ ਕਿਸੇ ਦੀ ਫੀਲਿੰਗਸ ਹਰਟ ਹੋ ਸਕਦੀਆਂ ਨੇ, ਕਿਉਂਕਿ ਅਗਰ ਕਿਸੇ ਦੀ ਫੀਲਿੰਗਸ ਹਰਟ ਹੋ ਗਿਆ ਐਂਡ ਐਂਡ ਆਫ ਦ ਡੇ that is not good for you, ਕਿਉਂਕਿ ਤੁਹਾਡੇ ਦਾ ਬੈਂਡ ਸਕੋਰ ਹੀ ਲੱਗਣੇ ਆ। ਤੁਸੀਂ ਕੁਝ ਉਸ ਚੀਜ਼ ਨੂੰ ਜਸਟੀਫਾਈ ਕਰਨ ਦਾ ਮੌਕਾ ਦੇਣਾ ਨਹੀਂ। ਠੀਕ ਹੈ, ਸੋ ਇਸ ਚੀਜ਼ ਦਾ ਥੋੜਾ ਧਿਆਨ ਰੱਖਿਓ।
ऑल राइट, ਹੁਣ ਆ ਜਾਓ ਜੀ ਮਾਰਕੀਟਿੰਗ ਸੌਰੀ ਫਿਰ ਮਾਰਕੀਟਿੰਗ ਨਿਕਲਿਆ ਮੇਰੇ ਮੂੰਹ ਚੋਂ। ਮਾਰਕਿੰਗ ਕ੍ਰਾਈਟੇਰੀਆ ਕੀ ਹੈ, ਕਿੱਦਾਂ ਬੈਂਡ ਲੱਗਦੇ ਨੇ। ਸੋ ਬੇਟਾ ਇੱਕ ਚੀਜ਼ ਧਿਆਨ ਰੱਖੋ, 4 ਪੁਆਇੰਟ ਨੇ ਜਿਹਦੇ ਕਰਕੇ ਬੈਂਡ ਸਕੋਰ ਲੱਗਦੇ ਆ। ਪ੍ਰੋਨੰਸੀਏਸ਼ਨ, ਦੈਨ ਯੂਰ ਵੋਕੈਬਲਰੀ, ਦੈਨ ਯੂਰ ਫਲੂਐਂਸੀ ਐਂਡ ਯੂਰ ਗ੍ਰਾਮਰ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪ੍ਰੋਨੰਸੀਏਸ਼ਨ ਦੀ, ਠੀਕ ਹੈ। ਹੁਣ ਦੇਖੋ ਧਿਆਨ ਦੇ ਨਾਲ, ਪ੍ਰੋਨੰਸੀਏਸ਼ਨ ਇਜ਼ ਦ ਮੋਸਟ ਇੰਪੋਰਟੈਂਟ ਸਕਿੱਲਸ ਟੂ ਮਾਸਟਰ ਇਨ ਦ ਆਇਲਟਸ ਸਪੀਕਿੰਗ ਟੈਸਟ। ਸਭ ਤੋਂ ਇੰਪੋਰਟੈਂਟ ਇਹੀ ਹੈ, ਠੀਕ ਹੈ ਜੀ। ਹੁਣ ਇਹਦੇ ਵਿੱਚ ਇਹ ਨਹੀਂ ਕਿ ਮੈਂ ਅਮਰੀਕਨ ਸਟਾਈਲ 'ਚ ਬੋਲਣਾ, ਮੈਂ ਬ੍ਰਿਟਿਸ਼ ਫੋਲੋ ਕਰਨਾ, ਇਹ ਕਰਨਾ ਉਹ ਕਰਨਾ। ਜਸਟ ਸਿੰਪਲੀ ਅਗਰ ਤੁਸੀਂ ਵਰਡਸ ਨੂੰ ਆਪਣੇ ਮੂੰਹ ਦੇ ਵਿੱਚ ਹੀ ਬੋਲੀ ਜਾਂਦੇ ਹੋ, ਫॉर एग्जांपल ਮੈਂ ਹੁਣ ਕਹਾਂ ਹਾਈ ਮਾਈ ਨੇਮ ਇਜ਼ ਏਕਮ ਐਂਡ ਦਿਸ ਇਜ਼ ਨੋ, ਪ੍ਰੋਪਰ ਕਹੋ ਹਾਈ ਮਾਈ ਨੇਮ ਇਜ਼ ਏਕਮ ਐਂਡ ਆਈ ਐਮ ਜਸਟ ਹੇਅਰ ਫॉर द स्पीकिंग ਮੋਡਿਊਲ ਟੈਸਟ। ਵਰਡ ਨੂੰ ਪ੍ਰੋਪਰ ਪ੍ਰੋਨਾਂਸ ਕਰੋਗੇ ਬੇਟੇ, ਉਹਦੇ ਨਾਲ ਤੁਹਾਡੇ ਬੈਂਡ ਸਕੋਰ ਬਹੁਤ ਇੰਪਰੂਵ ਕਰਦੇ ਨੇ। ਸੋ ਕੁਆਇਟ ਸਿੰਪਲੀ ਆ ਦੇਖੋ ਧਿਆਨ ਦੇ ਨਾਲ, ਵਿਦਆਊਟ ਕਲੀਅਰ ਪ੍ਰੋਨਾਂਸੀਏਸ਼ਨ ਇਟ ਡਜ਼ਨਟ ਮੈਟਰ ਹਾਊ ਯੂਰ ਗੁੱਡ ਫਲੂਐਂਸੀ ਗ੍ਰਾਮਰ ਇਜ਼। ਅਗਰ ਤੁਹਾਡਾ ਐਗਜ਼ਾਮੀਨਰ ਨੂੰ ਸਮਝ ਹੀ ਨਾ ਲੱਗਾ what you actually are saying, then ਇਹਦਾ ਮਤਲਬ ਤੁਹਾਡਾ ਕੋਈ ਫਾਇਦਾ ਨਹੀਂ ਹੈ ਤੁਹਾਡੀ ਫਲੂਐਂਸੀ ਦਾ, ਤੁਹਾਡੀ ਵੋਕੈਬਲਰੀ ਦਾ, ਤੁਹਾਡੀ ਗ੍ਰਾਮਰ ਦਾ। ਸੋ ਜਸਟ ਸਪੀਕ ਵਿਦ ਅ ਪ੍ਰੋਪਰ ਵੌਇਸ ਐਂਡ ਆਪਣੇ ਆਪ ਨੂੰ ਕੌਨਫੀਡੈਂਟਲੀ ਪ੍ਰੈਜ਼ੈਂਟ ਕਰੋ, ਠੀਕ ਹੈ, ਫਿਰ ਤੁਹਾਡਾ ਬਹੁਤ ਵਧੀਆ ਰਹੇਗਾ ਬੇਟਾ। ਸੈਕੰਡ ਇਜ਼ ਵੋਕੈਬਲਰੀ। ਨਾਓ ਇਹਦੇ ਰਿਗਾਰਡਿੰਗ ਮੈਂ ਇੱਕ ਨਾ ਬਹੁਤ ਮਿਸਕਨਸੈਪਸ਼ਨ ਡਿਸਕਸ ਕਰਨਾ ਚਾਹੁੰਦਾ। ਸਾਨੂੰ ਸੈਂਟਰਾਂ ਦੇ ਵਿੱਚ ਜਾਂ ਈਵਨ ਜਿੱਥੇ ਪ੍ਰਿਪਰੇਸ਼ਨ ਹੁੰਦੀ ਆ, ਈਵਨ ਅਸੀਂ ਵੀ ਇਹ ਪ੍ਰੋਬਲਮ ਫੇਸ ਕਰਦੇ ਹਾਂ। ਟੀਚਰਸ ਜਿਹੜੇ ਨੇ ਨਾ ਐਗਜ਼ਾਮ ਵਿੱਚ, ਜਿਹੜੇ ਟ੍ਰੇਨਰਸ ਨੇ, ਉਹ ਬੱਚਿਆਂ ਨੂੰ ਲਿਸਟ ਆਫ ਵੋਕੈਬਲਰੀ ਦੇ ਦਿੰਦੇ ਆ, ਬੱਚੇ ਮਾਰਨ ਲੱਗ ਜਾਂਦੇ ਰੱਟੇ। ਹੁਣ ਵੋਕੈਬਲਰੀ ਇਜ਼ ਅ ਵੈਰੀ ਡਿਫਰੈਂਟ ਥਿੰਗ। ਹੁਣ ਉੱਥੇ ਆਪਾਂ 2 ਵਰਡ ਪੜ੍ਹੇ, ਚੈਟਿੰਗ ਐਂਡ ਗੌਸਿਪਿੰਗ। ਬੇਟਾ ਚੈਟਿੰਗ ਐਂਡ ਗੌਸਿਪਿੰਗ ਵਿੱਚ ਹੀ ਬਹੁਤ ਫਰਕ ਹੈ, ਦੇ ਆਰ ਨਾਟ ਸਿਨੋਨਿਮਸ। ਸੋ ਕਹਿਣ ਦਾ ਮੋਟਿਵ ਕੀ ਹੈ ਕਿ ਜਦੋਂ ਕੋਈ ਬੱਚਾ ਇੱਕ ਸਿੱਖੀ ਹੋਈ ਰੱਟਾ ਲਾਈ ਹੋਈ ਵੋਕੈਬਲਰੀ ਯੂਜ਼ ਕਰਦਾ ਐਂਡ ਉਹ ਆਪਣੇ ਆਪ ਨੂੰ ਸੋਚਦਾ ਕਿ ਮੈਂ ਬਹੁਤ ਹਾਈ-ਫਾਈ ਯੂਜ਼ ਕਰ ਰਿਹਾ, ਕਿਤੇ ਨਾ ਕਿਤੇ ਉਹ ਗਲਤ ਯੂਜ਼ ਕਰ ਜਾਂਦਾ ਕੋਈ ਵਰਡ, ਬਿਕੋਜ਼ ਐਗਜ਼ੈਕਟ ਮੀਨਿੰਗ ਉਹਨੂੰ ਨਹੀਂ ਪਤਾ ਹੁੰਦਾ, ਫਿਰ ਉਹਦੇ ਬੈਂਡ ਸਕੋਰ ਘਟਦੇ ਆ। ਸੋ ਆ ਦੇਖੋ ਲਿਖਿਆ ਵੀ ਹੋਇਆ, vocabulary is probably the most misunderstood area of the whole test. Most students think that learning list of high level vocabulary or idioms will give them the score they need. In fact, ਇਹਦੇ ਨਾਲ ਤੁਹਾਡੇ ਬੈਂਡ ਘਟਣਗੇ। ਸੋ ਬੇਟਾ ਕਦੀ ਵੀ ਕੋਈ ਵੀ ਹਾਈ ਲੈਵਲ ਵਰਡਸ ਜਾਂ ਈਡੀਅਮਸ ਨਾ ਯੂਜ਼ ਕਰੋ, ਤੁਹਾਡਾ ਰਗੜਾ ਲੱਗ ਜਾਏਗਾ, ਠੀਕ ਹੈ। ਦੈਨ ਆ ਗਈ ਤੁਹਾਡੀ ਫਲੂਐਂਸੀ। ਆਲਰਾਈਟ, ਹੁਣ ਫਲੂਐਂਸੀ ਨੂੰ ਸਾਡੇ ਨਾ ਇੰਡੀਅਨਸ ਦੇ ਦਿਮਾਗ 'ਚ ਫਸਿਆ ਕਿ ਜਿਹੜਾ ਅੰਗਰੇਜ਼ੀ ਤੇਜ਼ ਬੋਲਦਾ, ਪਟਰ ਪਟਰ ਬੋਲਦਾ, ਇਹਦਾ ਮਤਲਬ ਠੀਕ ਹੀ ਬੋਲਦਾ ਹੋਣਾ। ਇੱਥੇ ਬੱਚਾ ਤੁਸੀਂ ਗਲਤ ਹੋ। ਜਿਹੜੇ ਐਕਚੁਅਲ ਬ੍ਰਿਟਿਸ਼ਰਸ ਨੇ, ਦ ਬ੍ਰਿਟਿਸ਼ ਪੀਪਲ, ਉਹ ਬਹੁਤ ਹੌਲੀ ਬੋਲਦੇ ਨੇ, ਠੀਕ ਹੈ। ਸੋ ਫਲੂਐਂਸੀ ਜਿਹੜਾ ਆ ਬਹੁਤ ਟਿਕੀ ਚੀਜ਼ ਹੈ, ਆ ਦੇਖੋ ਧਿਆਨ ਦੇ ਨਾਲ, ਠੀਕ ਹੈ, ਬਿਕੋਜ਼ ਇਟ ਇਜ਼ ਕਨੈਕਟਡ ਟੂ ਗ੍ਰਾਮਰ, ਵੋਕੈਬ ਐਂਡ ਕੌਨਫੀਡੈਂਸ, ਠੀਕ ਹੈ ਜੀ। ਹੁਣ ਲੱਕੀਲੀ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਇਹਨੂੰ ਈਜ਼ੀਲੀ ਫਿਕਸ ਕੀਤਾ ਜਾ ਸਕਦਾ ਇਫ ਯੂ ਪ੍ਰਿਪੇਅਰ ਡੇਲੀ। ਰੋਜ਼ ਤੁਸੀਂ ਥੋੜਾ ਥੋੜਾ ਬੋਲਣਾ ਸ਼ੁਰੂ ਕਰੋਗੇ, ਐਂਡ ਆਫ ਦ ਡੇ ਯੂ ਕੈਨ ਸਪੀਕ ਫॉर ਮਿੰਟਸ ਐਂਡ ਫਿਰ ਤੁਸੀਂ ਆਵਰਸ ਲਈ ਵੀ ਬੋਲ ਸਕਦੇ ਹੋ। ਸੋ ਇਹ ਵਾਲੀ ਚੀਜ਼ ਜਿਹੜੀ ਹੈ ਇਹ ਸਿਰਫ ਪ੍ਰੈਕਟਿਸ ਦੇ ਨਾਲ ਹੀ ਠੀਕ ਹੋਏਗੀ, ਹੋਰ ਕਿਸੇ ਤਰ੍ਹਾਂ ਨਹੀਂ ਠੀਕ ਹੋ ਸਕਦੀ। ਹੌਲੀ ਬੋਲੋ, ਥਰਮੇ ਨਾ ਬੋਲੋ, ਬਟ ਸਪੀਕ ਕੌਨਫੀਡੈਂਟਲੀ। ਹੁਣ ਕੌਨਫੀਡੈਂਟਲੀ ਬੰਦਾ ਉਹਦੇ ਲੱਗਦਾ ਜਦੋਂ ਉਹਦੇ ਠਹਿਰਾਵ ਹੋਵੇ, ਠਰਮਾ ਹੋਵੇ। ਜਿੰਨਾ ਮਰਜ਼ੀ ਤੇਜ਼ ਬੋਲੋ, ਸੋ ਹਾਈ ਮਾਈ ਨੇਮ ਇਜ਼ ਏਕਮ, ਦਿਸ ਇਜ਼ ਇੰਗਲਿਸ਼ ਫੈਮਿਲੀ YouTube ਚੈਨਲ, ਆਈ ਵਿਲ ਫੀਲ ਕਿ ਮੈਨੂੰ ਸਾਹ ਚੜ ਰਿਹਾ, ਐਂਡ ਦੂਜੇ ਪਾਸੇ ਸੁਣਨ ਵਾਲੇ ਨੂੰ ਲੱਗੇਗਾ ਯਾਰ ਇਹ ਬੰਦਾ ਕੌਨਫੀਡੈਂਟ ਨਹੀਂ ਹੈਗਾ, ਕਿਉਂਕਿ ਫਿਰ ਤੁਸੀਂ ਗਲਤੀਆਂ ਵੀ ਕਰੋਗੇ, ਠੀਕ ਹੈ। ਸੋ ਪਹਿਲਾਂ ਹੀ ਇੰਨਾ ਹੌਲੀ ਹੋ ਜਾਓ, ਐਂਡ ਤਾਂ ਕਿ ਤੁਹਾਨੂੰ ਤੁਹਾਡਾ ਪਤਾ ਲੱਗ ਜਾਏ ਕਿ ਤੁਸੀਂ ਇੱਥੇ ਗਲਤੀ ਕਰ ਸਕਦੇ ਹੋ, ਥੋੜਾ ਜਿਹਾ ਚੌਕਸ ਹੋ ਜਾਓ, ਐਂਡ ਤੁਹਾਡੀ ਫਲੂਐਂਸੀ ਜਿਹੜੀ ਹੈਗੀ ਉਹ ਠੀਕ ਹੋ ਜਾਏਗੀ, ਠੀਕ ਹੈ। ਓਕੇ ਬੇਟਾ, ਲਾਸਟ ਫੋਕਸਿੰਗ ਮੋਰ ਔਨ ਟੈਂਸਸ ਐਂਡ ਸੈਂਟੈਂਸ ਸਟਰਕਚਰਸ। ਮੈਂ ਇਹਨੂੰ ਇੰਨਾ ਹੀ ਲਿਖਿਆ, ਇਹ ਤੋਂ ਬਾਅਦ ਮੈਂ ਲਿਖਿਆ ਨਹੀਂ ਹੈਗਾ ਕਿਉਂਕਿ ਇਹਦੇ ਮੈਂ ਵੱਖਰਾ ਕੋਰਸ ਬਣਾਉਣਾ ਹੈ, ਠੀਕ ਹੈ। ਆਈ ਵਿਲ ਬੀ ਸ਼ੇਅਰਿੰਗ ਦ ਲਿੰਕ ਆਫ ਦੈਟ ਆਲਸੋ ਇਸ ਵੀਡੀਓ ਥੱਲੇ। ਬੇਟਾ ਗ੍ਰਾਮਰ ਨੂੰ ਥੋੜਾ ਧਿਆਨ ਰੱਖੋ, ਐਂਡ ਐਂਡ ਆਫ ਦ ਡੇ ਸਿੰਸ ਦਿਸ ਇਜ਼ ਇਨਫਾਰਮਲ ਪੇਪਰ, ਇੱਕ ਫਾਰਮਲ ਤਾਂ ਹੁੰਦਾ ਜੋ ਅਸੀਂ ਐਸੇ ਲਿਖਦੇ ਹਾਂ, ਇੱਕ ਇਨਫਾਰਮਲ ਲੈਂਗੁਏਜ ਯੂਜ਼ ਹੁੰਦੀ ਹੈ, ਬਟ ਕਿਤੇ ਨਾ ਕਿਤੇ ਤੁਹਾਨੂੰ ਤੁਹਾਡੇ ਟੈਂਸਸ ਦਾ ਧਿਆਨ ਰੱਖਣਾ ਚਾਹੀਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਾਸਟ ਪਰਫੈਕਟ ਤੇ ਪ੍ਰੈਜ਼ੈਂਟ ਪਰਫੈਕਟ ਵਿੱਚ ਹੈਜ਼ ਹੈਡ ਕਿੱਦਾਂ ਲੱਗਦਾ, ਠੀਕ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਬਜੈਕਟ ਵਰਬ ਆਬਜੈਕਟ ਕੀ ਹੈਗਾ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਗਰ ਮੈਂ ਇਹ ਵਰਡ ਇੱਥੇ ਲਾ ਰਿਹਾ, ਇਹਦਾ ਮਤਲਬ ਕੀ ਹੈ ਕਿ ਮੈਂ ਇਹ ਕਿਹੜੇ ਟੈਂਸ ਵਿੱਚ ਗੱਲ ਕਰ ਰਿਹਾ, ਠੀਕ ਹੈ। ਐਂਡ ਅਗਰ ਕਿਊ ਕਾਰਡ ਹੈਡ 'ਚ ਹੈਗਾ, ਪਾਸਟ ਵਿੱਚ ਹੈਗਾ, ਤੇ ਮੈਨੂੰ ਉਹ ਪਾਸਟ ਵਿੱਚ ਹੀ ਸੁਣਾਉਣਾ ਪੈਣਾ। ਅਗਰ ਉਹ ਫਿਊਚਰ ਬਾਰੇ ਗੱਲ ਕਰਦਾ, ਮੈਨੂੰ ਫਿਊਚਰ ਵਿੱਚ ਦੱਸਣਾ ਪੈਣਾ। ਅਗਰ ਪ੍ਰੈਜ਼ੈਂਟ ਬਾਰੇ, ਦੈਨ ਪ੍ਰੈਜ਼ੈਂਟ ਬਾਰੇ। ਸੋ ਦਿਸ ਇਜ਼ ਦ ਵੈਰੀ ਕ੍ਰੂਸ਼ੀਅਲ ਪਾਰਟ ਆਫ ਦ ਹੋਲ ਥਿੰਗ, ਗ੍ਰਾਮਰ। ਅਗਰ ਤੁਹਾਡਾ ਗ੍ਰਾਮਰ ਦੀਆਂ ਗਲਤੀਆਂ ਨੇ ਬੋਲਦੇ ਬੋਲਦੇ,
बेटा तुहाडे उत्ते वाले जो भी आपां पढ़िया ਉਹਦਾ कोई फायदा नहीं हैगा। ठीक है, सो बहुत इंपॉर्टेंट, ग्रामर का कोई वखरा पेपर नहीं होंदा, बट ग्रामर हर मॉड्यूल दे विच हुंदी है। सो बेटा इस चीज़ का थोड़ा ध्यान रखियो एंड आई होप तुहानूं समझ लगा होएगा। बहुत बेसिक लैवल ते मैं समझाया, ਇਹਦੇ ਵਿੱਚ ਪਹਿਲਾਂ पैटर्न डिस्कस किया, फिर मार्किंग ਜਿਹੜੀ ਹੈਗੀ ਹੈ क्राइटेरिया ਉਹ डिस्कस किया। वीडियो ਨੂੰ ਦੁਬਾਰਾ देख लो, ठीक है, एंड स्टार्ट प्रिपेयरिंग योर स्पीकिंग मॉड्यूल एज पर दिस। जो ਤੁਹਾਨੂੰ ਆਲੇ ਦੁਆਲੇ ਜਿੰਨੇ ਵਹਿਮ ਭਰਮ ਨੇ बेटा ਉਹਨਾਂ ਨੂੰ ਛੱਡ ਦਿਓ, बिकॉज जिन्ना ये वाला कंटेंट है ये जो कैम्ब्रिज प्रिस्क्राइब करता ये उही कंटेंट हैगा। ठीक है, सो प्लीज़ इनू थोड़ा ध्यान रखो, पेपर कैम्ब्रिज ने पाना, इधर उधर किसी वालों नहीं पैना हैगा। सो उही कंटेंट पढ़ो जो ऑफिशियल ते ऑथेंटिक हैगा। ठीक है, एंड आई होप तुहानूं समय लगा होएगा एंड विश यू गुड लक फॉर योर पेपर जो तुहाडे अगे आ रहे ने। एंड जिहड़े बच्चों ने प्रिपरेशन शुरू की हुई है बहुत वधिया तुसी डिसीजन लिया एंड यू हैव जस्ट प्रिपेयर्ड, यू आर डूइंग प्रिपरेशन एंड फेसिंग द रियलिटी। एंड जे तुहानूं लगदा कि किसी चीज़ विच तुहानूं कोई भी प्रॉब्लम आ रही है, वीडियो के कमेंट बॉक्स में उन्होंने लिख दिओ, उस रिगार्डिंग प्रॉपर एलैबोरेशन जी है वो की जाएगी मेरे वालों ते मनदीप वालों। एंड बिकॉज एंड ऑफ द डे वी जस्ट वांट कि कितना किते एक बच्चा खुद अपने लेवल पे इंडिपेंडेंट होकर करना शुरू करे। ठीक है, सो थैंक यू बच्चा एवरीबडी एंड गॉड ब्लेस यू।